हाँ जी, गुरु स्टडी पॉइंट ਤੇ ਆਪ ਜੀ ਦਾ ਸਵਾਗਤ ਹੈ ਜੀ। ਸੋ ਦੋਸਤੋ, ਮਾਸਟਰ ਕੇਡਰ ਦੀਆਂ ਪੋਸਟਾਂ ਦੇ ਸੰਬੰਧ ਦੇ ਵਿੱਚ ਆਪਾਂ ਤਿਆਰੀ ਕਰਵਾ ਰਹੇ ਹਾਂ ਤੁਹਾਨੂੰ। 4161 ਪੋਸਟਾਂ ਆਈਆਂ ਹੋਈਆਂ ਨੇਗੀਆਂ, ਜਿਨ੍ਹਾਂ ਦੀ ਡੇਟ ਅਪਲਾਈ ਕਰਨ ਦੀ 4161 ਨੇਗੀਆਂ। 4161 ਜਿਨ੍ਹਾਂ ਦੀ ਅਪਲਾਈ ਕਰਨ ਦੀ ਡੇਟ ਹੁਣ ਦੇਖੋ ਦੁਬਾਰੇ ਫੇਰ ਵਧਾ ਦਿੱਤੀ ਗਈ ਆ, 5 ਮਈ ਹੋ ਚੁੱਕੀ ਹੈ। ਜਿਹੜੇ ਸਾਥੀ ਅਪਲਾਈ ਕਰਨ ਤੋਂ ਰਹਿੰਦੇ ਆ ਉਹ ਅਪਲਾਈ ਕਰ ਸਕਦੇ ਨੇ। ਵੱਖ-ਵੱਖ ਵਿਸ਼ਿਆਂ ਦੀਆਂ ਵੱਖ-ਵੱਖ ਪੋਸਟਾਂ ਨੇਗੀਆਂ, ਅਲੱਗ-ਅਲੱਗ ਗਿਣਤੀ ਹੈ, ਲਗਭਗ ਸਾਰੀਆਂ ਇਹ 4161 ਦੇ ਕਰੀਬ ਬਣਦੀਆਂ ਨੇਗੀਆਂ। ਸੋ ਮਾਸਟਰ ਕੇਡਰ ਦੇ ਸੰਬੰਧਿਤ ਦੇ ਵਿੱਚ ਨੇਗੀਆਂ ਇਹ ਪੋਸਟਾਂ ਸਾਰੀਆਂ। ਅਤੇ ਇਸੇ ਤਰ੍ਹਾਂ ਹੀ ਆਰਟ ਐਂਡ ਕਰਾਫਟ ਦੀਆਂ ਪੋਸਟਾਂ ਵੀ ਆਈਆਂ ਹੋਈਆਂ ਨੇ, ਲੈਕਚਰਾਰ ਦੀਆਂ ਪੋਸਟਾਂ ਵੀ ਆਈਆਂ ਹੋਈਆਂ ਨੇ, ਵੱਖ-ਵੱਖ ਵਿਸ਼ਿਆਂ ਦੀਆਂ। ਸੋ ਜਿਹੜੇ ਲੈਕਚਰਾਰ ਵਾਲੇ ਨੇ ਸਾਥੀ, ਹਿਸਟਰੀ ਵਾਲੇ ਨੇ, ਉਹ ਆਪਣੇ ਇਹ ਲੈਕਚਰ ਵੀ ਕਵਰ ਕਰ ਸਕਦੇ ਨੇ, ਕਿਉਂਕਿ ਆਪਾਂ ਮੌਜੂਦਾ ਟਾਈਮ ਦੇ ਵਿੱਚ ਮਤਲਬ SST ਦੀ ਤਿਆਰੀ ਕਰਾ ਰਹੇ ਹਾਂ ਮਾਸਟਰ ਕੇਡਰ ਦੇ ਵਿੱਚ, SST ਵਿਸ਼ੇ ਦੀ, ਜਿਹਦੇ ਵਿੱਚ 2 ਸਬਜੈਕਟ ਕਵਰ ਹੋ ਜਾਂਦੇ ਆ। ਹਿਸਟਰੀ ਸਾਰੀ ਕਵਰ ਹੋ ਰਹੀ ਹੈ ਆਪਣੀ, ਅਤੇ ਪੋਲੀਟੀਕਲ ਸਾਇੰਸ ਕਵਰ ਹੋ ਰਹੀ ਹੈ। ਜਿਹੜੇ ਲੈਕਚਰਾਰ ਦੀ ਤਿਆਰੀ ਕਰ ਰਹੇ ਨੇ, ਹਿਸਟਰੀ ਦੀ ਤਿਆਰੀ ਕਰ ਰਹੇ ਨੇ, ਉਹ ਆਪਣੇ ਇਸ ਲੈਕਚਰ ਨੂੰ ਸੁਣ ਸਕਦੇ ਨੇ, ਨੋਟਸ ਪ੍ਰਾਪਤ ਕਰ ਸਕਦੇ ਨੇ। ਜਿਹੜੇ ਪੋਲੀਟੀਕਲ ਦੀ ਤਿਆਰੀ ਕਰਦੇ ਨੇ ਲੈਕਚਰਾਰ ਵਿਸ਼ੇ ਦੀ, ਸੋ ਉਹ ਮਤਲਬ ਆਪਣੇ ਪੋਲੀਟੀਕਲ ਵਾਲੇ ਲੈਕਚਰ ਨੇ ਜਿਹੜੇ ਉਹ ਸੁਣ ਸਕਦੇ ਨੇ ਅਤੇ ਨੋਟਸ ਪ੍ਰਾਪਤ ਕਰ ਸਕਦੇ ਨੇ। ਸੋ ਦੋਸਤੋ, ਸ਼ੁਰੂ ਕਰੀਏ ਅੱਜ ਦਾ ਲੈਕਚਰ ਆਪਾਂ। SST ਮਾਸਟਰ ਕੇਡਰ ਦੇ ਨਾਲ ਸੰਬੰਧਿਤ SST ਦਾ ਆਪਣਾ ਮਤਲਬ ਹਿਸਟਰੀ ਦਾ 32 ਨੰਬਰ ਲੈਕਚਰ ਹੈ ਜੀ ਅੱਜ। 32 ਲੈਕਚਰ ਅੱਜ 31 ਤੱਕ ਆਪਾਂ ਕਰਵਾ ਚੁੱਕੇ ਹਾਂ। ਮਾਡਰਨ ਹਿਸਟਰੀ ਸ਼ੁਰੂ ਕਰ ਚੁੱਕੀ ਆ। ਸੋ ਇੱਥੇ ਥੋੜ੍ਹੀ ਜਿਹੀ ਆਪਾਂ ਗਲਤੀ ਹੋਈ ਹੈ। ਇਹ ਪ੍ਰਸ਼ਨ ਨੇ ਜਿਹੜੇ 1 ਨੰਬਰ ਤੋਂ ਲੈ ਕੇ ਇਹ ਪਹਿਲਾਂ ਕਰਵਾਏ ਹੋਏ ਨੇ ਪਿਛਲੇ ਲੈਕਚਰ ਦੇ ਵਿੱਚ, ਇਹ ਦੁਬਾਰੇ ਟਾਈਪ ਹੋ ਗਏ ਆਪਾਂ ਤੋਂ ਕਿਸੇ ਗਲਤੀ ਨਾਲ। ਸੋ 5 ਪ੍ਰਸ਼ਨ ਆਪਾਂ ਅੱਗੇ ਲੰਘਾਵਾਂਗੇ, ਇਹ ਪਹਿਲਾਂ ਹੀ ਕਰੇ ਹੋਏ ਨੇ ਆਪਣੇ। ਸੋ ਪਿਛਲੇ ਲੈਕਚਰ ਦੇ ਵਿੱਚ ਦੇਖ ਲਿਓ, ਇਹ ਕੋਈ ਟੈਕਨੀਕਲ ਸਮੱਸਿਆ ਹੋ ਗਈ, ਪੁਰਾਣੇ ਜਿਹੜੇ ਹੈਗੇ ਨੇ ਪ੍ਰਸ਼ਨ ਉਹੀ ਟਾਈਪ ਹੋ ਗਏ ਸੀ ਦੁਬਾਰੇ। ਸੋ 6 ਨੰਬਰ ਤੋਂ ਸ਼ੁਰੂ ਕਰਨਾ ਜੀ ਆਪਾਂ ਅੱਜ, ਇਹ ਪਹਿਲਾਂ ਨਹੀਂ ਕਰਿਆ ਹੋਇਆ ਆਪਾਂ। ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਭਾਰਤ ਦੇ ਵਿੱਚ ਅੰਗਰੇਜ਼ੀ ਸਾਮਰਾਜ ਦਾ ਮੋਢੀ ਕਿਹਨੂੰ ਮੰਨਿਆ ਜਾਂਦਾ ਹੈ? ਦੇਖੋ, ਈਸਟ ਇੰਡੀਆ ਕੰਪਨੀ ਤੋਂ ਆਪਾਂ ਸ਼ੁਰੂ ਕੀਤਾ ਵੀ ਈਸਟ ਇੰਡੀਆ ਕੰਪਨੀ ਦਾ ਉਥਾਨ ਉਭਾਰ ਕਿਵੇਂ ਹੋਇਆ ਭਾਰਤ ਦੇ ਵਿੱਚ, ਈਸਟ ਇੰਡੀਆ ਕੰਪਨੀ ਕਿਵੇਂ ਬਣੀ, ਕਦੋਂ ਭਾਰਤ ਦੇ ਵਿੱਚ ਆਈ, ਕਿਹੜਾ ਬੰਦਾ ਪਹਿਲਾਂ ਭਾਰਤ ਦੇ ਵਿੱਚ ਆਇਆ, ਕਿੱਥੇ ਉਹਨਾਂ ਨੇ ਆਪਣਾ ਪਹਿਲਾ ਝੰਡਾ ਕੱਢਿਆ, ਸ਼ੁਰੂ ਕਰਿਆ। ਸੋ ਇੱਥੇ ਹੁਣ ਪ੍ਰਸ਼ਨ ਇਹ ਸ਼ੁਰੂ ਹੋ ਗਿਆ ਵੀ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੇ ਤੌਰ 'ਤੇ ਅੱਗੇ ਆਪਣੇ ਸਾਮਰਾਜ ਨੂੰ ਵਧਾਉਣਾ ਕਿਹਨੇ ਸ਼ੁਰੂ ਕੀਤਾ, ਉਹਦਾ ਮੋਢੀ ਕਿਹਨੂੰ ਮੰਨਿਆ ਜਾਂਦਾ? ਰਾਬਰਟ ਕਲਾਈਵ ਨੂੰ, ਵਾਰਨ ਹੇਸਟਿੰਗਜ਼ ਨੂੰ, ਲਾਰਡ ਡਲਹੌਜੀ ਨੂੰ, ਜਾਂ ਕਾਰਨਵਾਲਿਸ ਨੂੰ। ਇਹ ਗਵਰਨਰ ਜਨਰਲ ਨੇ ਸਾਰੇ, ਕੋਈ ਗਵਰਨਰ ਰਹਿ ਚੁੱਕਿਆ ਫਿਰ ਗਵਰਨਰ ਜਨਰਲ ਬਣ ਗਿਆ, ਕੋਈ ਵਾਇਸਰਾਏ, ਹੈ ਨਾ, ਇਸ ਤਰ੍ਹਾਂ। ਸੋ ਆਪਸ਼ਨ ਨੰਬਰ 1 ਸਹੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਰਾਬਰਟ ਕਲਾਈਵ ਨੂੰ ਅੰਗਰੇਜ਼ੀ ਸਾਮਰਾਜ ਦਾ ਮੋਢੀ ਮੰਨਿਆ ਜਾਂਦਾ। ਸੋ ਇਹ 2 ਵਾਰ ਗਵਰਨਰ ਜਨਰਲ ਬਣਿਆ ਸੀ, ਇਹ ਗੱਲ ਨੋਟ ਰੱਖਿਓ। ਆਪਸ਼ਨਾਂ ਦੇ ਕੇ ਪੁੱਛ ਲੈਂਦਾ ਕਈ ਵਾਰ ਐਗਜ਼ਾਮੀਨਰ ਵੀ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਗਵਰਨਰ ਜਨਰਲ 2 ਵਾਰ ਗਵਰਨਰ ਜਨਰਲ ਬਣਿਆ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵੱਲੋਂ। ਸੋ ਇਹ ਰਾਬਰਟ ਕਲਾਈਵ ਸੀ। ਇਹਦਾ ਦੋਨੇ ਵਾਰ ਦਾ ਸਮਾਂ ਲਿਖ ਸਕਦੇ ਹੋ, 1757 ਤੋਂ 60 ਤੱਕ ਪਹਿਲੀ ਵਾਰ, 66 ਲਿਖਿਆ ਗਿਆ ਸੀ, 60, ਅਤੇ ਉਸ ਤੋਂ ਬਾਅਦ 65 ਤੋਂ ਲੈ ਕੇ 1765 ਤੋਂ ਲੈ ਕੇ 67 ਤੱਕ ਇਹ ਵਿਚਕਾਰ ਦੀ ਚਲਾ ਗਿਆ ਸੀ ਇੰਗਲੈਂਡ ਵਾਪਸ। ਇਹਦੇ ਗਲੇ ਦੀ ਕੋਈ ਸਮੱਸਿਆ ਹੋ ਗਈ ਸੀ, ਗਲੇ ਦੀ ਬਿਮਾਰੀ ਹੋ ਗਈ ਸੀ, ਉਹਨੂੰ ਠੀਕ ਕਰਾਉਣ ਵਾਸਤੇ ਵਾਪਸ ਇੰਗਲੈਂਡ ਚਲਿਆ ਗਿਆ ਇਹ। ਸੋ ਉੱਥੋਂ ਫਿਰ ਇਹ ਦੁਬਾਰੇ ਆਇਆ ਸੀ। ਇੱਕ ਗੱਲ ਹੋਰ ਇੰਪੋਰਟੈਂਟ ਹੈ ਰਾਬਰਟ ਕਲਾਈਵ ਦੇ ਨਾਲ ਸੰਬੰਧਿਤ, ਇਸ ਬੰਦੇ ਨੇ ਭਾਰਤ ਦੇ ਵਿੱਚ ਹੀ ਆਤਮ ਹੱਤਿਆ ਕਰ ਲਈ ਸੀ, ਆਤਮ ਹੱਤਿਆ ਕਰਕੇ ਮਰ ਗਿਆ ਸੀ ਇਹ। ਅਤੇ ਇਹ ਜਦੋਂ ਈਸਟ ਇੰਡੀਆ ਕੰਪਨੀ ਦੇ ਵਿੱਚ ਭਾਰਤ ਦੇ ਵਿੱਚ ਆਇਆ, ਸਿੱਧਾ ਗਵਰਨਰ ਜਨਰਲ ਬਣ ਕੇ ਨਹੀਂ ਆਇਆ, ਇਹ ਬੰਦਾ ਕਲਰਕ ਦੇ ਤੌਰ 'ਤੇ ਆਇਆ ਸੀ ਇੱਥੇ ਕੰਮ ਕਰਨ, ਕਲਰਕ ਦੇ ਤੌਰ 'ਤੇ। ਫਿਰ ਇਹਨੇ ਕਿੰਨੀ ਤਰੱਕੀ ਕਰੀ ਦੇਖੋ ਈਸਟ ਇੰਡੀਆ ਕੰਪਨੀ ਦੇ ਵਿੱਚ ਵਰਕ ਕਰਕੇ, ਤਾਂ ਗਵਰਨਰ ਜਨਰਲ ਬਣਿਆ ਈਸਟ ਇੰਡੀਆ ਕੰਪਨੀ ਵੱਲੋਂ ਭਾਰਤ ਦਾ। ਸੋ ਪਲਾਸੀ ਦੀ ਲੜਾਈ ਇਹਨੇ ਜਿੱਤੀ ਸੀ ਦੇਖੋ, 1757 ਦੇ ਵਿੱਚ ਸਰਾਜੂ ਦੌਲਾ ਦੇ ਅਤੇ ਇਹਦੇ ਵਿਚਕਾਰ ਹੋਈ ਸੀ। ਸੋ ਇਹਨੇ ਪਲਾਸੀ ਦੀ ਲੜਾਈ ਜਿੱਤੀ। ਇਹ ਕਈ ਗੱਲਾਂ ਇਹਦੇ ਨਾਲ ਸੰਬੰਧਿਤ ਸੀ। ਅਗਲਾ ਪ੍ਰਸ਼ਨ ਕਰਦੇ ਹਾਂ 7 ਨੰਬਰ। ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਰਾਬਰਟ ਕਲਾਈਵ, ਵਾਰਨ ਹੇਸਟਿੰਗਜ਼, ਲਾਰਡ ਡਲਹੌਜੀ, ਕਾਰਨਵਾਲਿਸ। ਸੋ ਦੇਖੋ ਇੱਥੇ ਥੋੜ੍ਹਾ ਜਿਹਾ ਨਾ ਸਟੂਡੈਂਟ ਉਲਝ ਜਾਂਦੇ ਨੇ ਗੱਲ। ਇੱਥੇ 2 ਸ਼ਬਦ ਲਿਖੇ ਆ, ਗਵਰਨਰ ਜਨਰਲ। ਪਹਿਲਾਂ ਹੁੰਦਾ ਸੀ ਇਕੱਲਾ ਗਵਰਨਰ, ਪਹਿਲਾਂ ਬੰਗਾਲ ਦਾ ਪਹਿਲਾਂ ਗਵਰਨਰ ਬਣਿਆ ਸੀ ਜਿਹੜਾ ਰਾਬਰਟ ਕਲਾਈਵ ਹੁੰਦਾ ਹੀ ਸੀਗਾ ਪਹਿਲਾਂ ਹੀ। ਫਿਰ ਉਦੋਂ ਬਾਅਦ ਮਤਲਬ ਇਹ ਅਹੁਦੇ ਨੂੰ ਬਦਲ ਕੇ ਨਾ, ਜਦੋਂ ਮਤਲਬ 1773 ਦਾ ਰੈਗੂਲੇਟਿੰਗ ਐਕਟ ਪਾਸ ਹੁੰਦਾ, ਉਦੋਂ ਪਹਿਲਾਂ ਨਾਲੇ ਤਾਂ 1773 ਦਾ ਰੈਗੂਲੇਟਿੰਗ ਐਕਟ ਪਾਸ ਕਰ ਦਿੱਤਾ, ਨਾਲੇ ਇਹਨੂੰ ਮਤਲਬ ਅਹੁਦੇ ਨੂੰ ਥੋੜ੍ਹਾ ਜਿਹਾ ਚੇਂਜ ਕਰਤਾ, ਗਵਰਨਰ ਜਨਰਲ ਬਣਾ ਦਿੱਤਾ। ਬੰਗਾਲ ਦਾ ਪਹਿਲਾ ਗਵਰਨਰ ਜਨਰਲ ਇੱਥੇ ਵਾਰਨ ਹੇਸਟਿੰਗ ਆਊਗਾ। ਆਪਸ਼ਨ ਨੰਬਰ 2 ਸਹੀ ਆ।
ਪਰ ਬੰਗਾਲ ਦੇ ਵਿੱਚ ਗਵਰਨਰ ਦੇ ਤੌਰ ਤੇ ਤਾਂ ਰਾਬਰਟ ਕਲਾਈਵ ਵੀ ਸੀਗਾ। ਕਈ ਵਾਰ ਅਸੀਂ ਇੱਥੇ ਗਲਤੀ ਕਰ ਜਾਂਦੇ ਹਾਂ। ਜਰਨਲ ਨਾਮ ਪਾਇਆ ਜਦੋਂ ਮਗਰੋਂ ਉਦੋਂ ਵਾਰਨ ਹੇਸਟਿੰਗ ਸੀ, ਤੇ ਉਦੋਂ 1773 ਦੇ ਵਿੱਚ ਹੀ ਇਹਦੇ ਸਮੇਂ ਦੇ ਵਿੱਚ ਵਾਰਨ ਹੇਸਟਿੰਗ ਦੇ ਸਮੇਂ ਦੇ ਵਿੱਚ ਹੀ ਰੈਗੂਲੇਟਿੰਗ ਐਕਟ ਪਾਸ ਹੋਇਆ, ਗਵਰਨਰ ਜਨਰਲ ਬਣਿਆ। ਸੋ ਇਹ ਆਪਸ਼ਨ ਨੰਬਰ 2 ਸਹੀ ਸੀ ਜੀ। ਅਗਲਾ ਪ੍ਰਸ਼ਨ 8 ਨੰਬਰ, ਬ੍ਰਿਟਿਸ਼ ਭਾਰਤ ਦਾ ਪਹਿਲਾ ਸੰਵਿਧਾਨਿਕ ਐਕਟ, ਇੱਥੇ ਐਕਟ ਲਿਖ ਲਿਓ ਜੀ, ਸੰਵਿਧਾਨਿਕ ਐਕਟ, ਸੌਰੀ ਲਿਖਣਾ ਭੁੱਲ ਜਾਂਦੇ ਕਈ ਵਾਰ, ਐਕਟ। ਬ੍ਰਿਟਿਸ਼ ਭਾਰਤ ਦਾ ਪਹਿਲਾ ਸੰਵਿਧਾਨਿਕ ਐਕਟ ਕਿਹੜਾ ਸੀ? ਰੈਗੂਲੇਟਿੰਗ ਐਕਟ 1773, ਬ੍ਰਿਟਿਸ਼ ਇੰਡੀਆ ਐਕਟ 1784, ਚਾਰਟ ਐਕਟ 1833, ਚਾਰਟ ਐਕਟ 1853। ਇਹ ਸਾਰੇ ਐਕਟ ਵੈਸੇ ਤਾਂ ਮਸ਼ਹੂਰ ਨੇ, ਆਪਾਂ ਲਗਾਤਾਰ ਇਹਨਾਂ ਬਾਰੇ ਗੱਲ ਕਰਦੇ ਜਾਵਾਂਗੇ। ਪਹਿਲੇ ਦੀ ਗੱਲ ਕਰੀਏ ਉਹ ਸੀਗਾ ਆਪਸ਼ਨ ਨੰਬਰ 1, ਰੈਗੂਲੇਟਿੰਗ ਐਕਟ 1773 ਸੀਗਾ, ਜਿਹੜਾ ਵਾਰਨ ਹੇਸਟਿੰਗ ਦੇ ਸਮੇਂ ਦੇ ਵਿੱਚ ਪਾਸ ਹੋਇਆ। ਉਦੋਂ ਕਈ ਗੱਲਾਂ ਅਜਿਹੀਆਂ ਹੋਈਆਂ ਜਿਹੜੇ ਕਿ ਪ੍ਰਸ਼ਨ ਬਣ ਕੇ ਮੂਹਰੇ ਉੱਭਰਦੀਆਂ ਨੇ। ਇੱਕ ਤਾਂ ਮਤਲਬ ਕਲਕੱਤੇ ਨੂੰ ਰਾਜਧਾਨੀ ਬਣਾ ਲਿਆ ਸੀਗਾ ਉਦੋਂ, ਜਦੋਂ ਰੈਗੂਲੇਟਿੰਗ ਐਕਟ ਪਾਸ ਹੋਇਆ 1773, ਤਾਂ ਕਲਕੱਤੇ ਨੂੰ ਆਪਣੀ ਰਾਜਧਾਨੀ ਬਣਾਤਾ ਅੰਗਰੇਜ਼ੀ ਸਾਮਰਾਜ ਦੀ। ਸੋ ਉਸ ਤੋਂ ਬਾਅਦ 1911 ਦੇ ਵਿੱਚ ਜਾ ਕੇ ਦਿੱਲੀ ਨੂੰ ਬਣਾਉਣਗੇ, ਅੱਗੇ ਜਾ ਕੇ ਪੜਾਂਗੇ ਉਹ। ਤੇ ਇੱਕ ਕੀ ਸੀ, ਸੁਪਰੀਮ ਕੋਰਟ ਦੀ ਸਥਾਪਨਾ ਹੋ ਗਈ ਸੀ ਉਦੋਂ। ਸੁਪਰੀਮ ਕੋਰਟ ਕਲਕੱਤਾ ਦੇ ਵਿੱਚ ਬਣਾਈ ਸੀ ਤੇ 1784 ਦੇ ਵਿੱਚ ਸ਼ੁਰੂ ਹੋ ਗਈ ਸੀ। ਇਹਦਾ ਪਹਿਲਾ ਜੱਜ ਸੀ, ਨੋਟ ਕਰ ਲਓ, ਲਿਖ ਲਓ, ਏਲੀਜ਼ਾ ਇੰਪੇ, ਪਹਿਲਾ ਜੱਜ ਬਣਿਆ ਸੀ ਏਲੀਜ਼ਾ ਇੰਪੇ। ਸੋ ਇਹ ਤੁਹਾਨੂੰ ਨੋਟ ਕਰਨ ਦੀ ਐਡੀ ਗੱਲ ਵੀ ਨਹੀਂ ਹੈਗੀ। ਆਪਾਂ ਸਾਰੀਆਂ ਜਿਹੜੀਆਂ ਫਾਈਲਾਂ ਨੇ PDF ਫਾਈਲਾਂ ਬਣਾ ਕੇ ਤੁਹਾਨੂੰ ਦੇਵਾਂਗੇ। ਜਿੰਨੇ ਪ੍ਰਸ਼ਨ ਆਪਾਂ ਹੁਣ ਤੱਕ ਕਰਵਾਏ ਨੇ ਤੇ ਕਰਵਾਵਾਂਗੇ ਟੌਪਿਕ ਵਾਈਜ਼, ਜਦੋਂ ਇੱਕ ਵਾਰੀ ਸਾਰੇ ਪੂਰੇ ਕਰਤੇ ਆਪਾਂ, ਉਦੋਂ ਤੁਹਾਨੂੰ PDF ਫਾਈਲਾਂ ਆਪਾਂ ਪ੍ਰੋਵਾਈਡ ਕਰਵਾਵਾਂਗੇ ਇਕੱਠੀਆਂ। ਸੋ ਤੁਸੀਂ ਉਦੋਂ ਇਹ ਸਾਰੀਆਂ PDF ਫਾਈਲਾਂ ਵੀ ਲੈ ਸਕਦੇ ਹੋ ਤੇ ਨੋਟਸ ਤੁਸੀਂ ਪਹਿਲਾਂ ਲੈ ਸਕਦੇ ਹੋ, ਆਪਣੇ ਹੁਣ ਤਿਆਰ ਹੋਏ ਨੇ। ਸੋ ਅਗਲਾ ਪ੍ਰਸ਼ਨ ਜੀ 9 ਨੰਬਰ, ਦੋਹਰੀ ਸ਼ਾਸਨ ਪ੍ਰਣਾਲੀ ਦਾ ਆਰੰਭ ਕਿਸ ਗਵਰਨਰ ਨੇ ਕੀਤਾ? ਦੇਖੋ ਇੱਥੇ ਜਦੋਂ ਦੋਹਰੀ ਸ਼ਾਸਨ ਪ੍ਰਣਾਲੀ ਸ਼ੁਰੂ ਹੋਈ ਆ, ਉਦੋਂ ਗਵਰਨਰ ਜਨਰਲ ਨਹੀਂ ਹੁੰਦਾ ਸੀ, ਉਦੋਂ ਗਵਰਨਰ ਹੀ ਹੁੰਦਾ ਸੀ। ਇੱਥੇ ਗੱਲ ਨੂੰ ਧਿਆਨ 'ਚ ਰੱਖਿਓ। ਰਾਬਰਟ ਕਲਾਈਵ, ਲਾਰਡ ਡਲਹੌਜੀ, ਲਾਰਡ ਵਿਲੀਅਮ ਬੈਟਿਕ, ਲਾਰਡ ਕਾਰਨਵਾਲਿਸ। ਸੋ ਇੱਥੋਂ ਤੁਸੀਂ ਸਮਝ ਗਏ ਹੋਵੋਗੇ ਪ੍ਰਸ਼ਨ ਨੂੰ ਹੁਣ ਵੀ ਇਹਦਾ ਉੱਤਰ ਕੀ ਆਊਗਾ, ਲਾਰਡ ਕਲਾਈਵ ਆਊਗਾ। ਕਿਉਂਕਿ ਜਦੋਂ ਰਾਬਰਟ ਕਲਾਈਵ ਸੀਗਾ ਉਦੋਂ ਉਹ ਗਵਰਨਰ ਸੀ। ਗਵਰਨਰ ਜਨਰਲ ਜਦੋਂ ਬਣਿਆ ਉਦੋਂ ਵਾਰਨ ਹੇਸਟਿੰਗਸ ਬਣਿਆ, ਦੇਖੋ ਹੈ ਨਾ। ਸੋ ਆਪਸ਼ਨ ਨੰਬਰ 1 ਸਹੀ ਆ, ਦੋਹਰੀ ਸ਼ਾਸਨ ਪ੍ਰਣਾਲੀ ਸ਼ੁਰੂ ਕਰ ਦਿੱਤੀ। ਹੁਣ ਦੋਹਰੀ ਸ਼ਾਸਨ ਪ੍ਰਣਾਲੀ ਕਿੱਥੇ ਸ਼ੁਰੂ ਹੋਈ ਸੀ? ਪਹਿਲਾਂ ਬੰਗਾਲ ਦੇ ਵਿੱਚ। ਇਹ ਹੁੰਦੀ ਕੀ ਹੈ ਦੋਹਰੀ ਸ਼ਾਸਨ ਪ੍ਰਣਾਲੀ? ਕਾਰਨ ਕੀ ਸੀ ਵੀ ਜਿਹੜਾ ਉੱਥੋਂ ਦਾ ਪ੍ਰਸ਼ਾਸਨਿਕ ਕੰਮ ਸੀ ਸਾਰਾ ਢਾਂਚੇ ਨੂੰ ਚਲਾਉਣ ਵਾਲਾ, ਉਹ ਤਾਂ ਬੰਗਾਲ ਦਾ ਜਿਹੜਾ ਸੀਗਾ ਨਵਾਬ ਸੀ ਉਹ ਚਲਾਉਂਦਾ ਸੀ। ਕਹਿ ਸਕਦੇ ਹਾਂ ਦੇਸੀ ਤਰੀਕੇ ਨਾਲ ਗੱਲ ਕਰੀਏ ਵੀ ਉੱਥੋਂ ਦਾ ਜਿਹੜਾ ਕਰਤਾ ਧਰਤਾ ਸੀ, ਰਾਜਾ ਸੀ ਜਿਹੜਾ ਮਤਲਬ ਮੁਗਲ ਸਾਮਰਾਜ ਦੇ ਵਿੱਚੋਂ ਅੱਗੇ ਆਇਆ ਹੋਇਆ, ਉਹ ਚਲਾਉਂਦਾ ਸੀ ਉੱਥੋਂ ਦਾ ਪ੍ਰਸ਼ਾਸਨਿਕ ਕੰਮ। ਪਰ ਜਿਹੜਾ ਉੱਥੇ ਪੈਸੇ ਦਾ ਲੈਣ ਦੇਣ, ਕਰ ਵਿਵਸਥਾ, ਟੈਕਸ ਟੁਕਸ ਵਗੈਰਾ ਸੀਗਾ, ਉਹ ਸਾਰੀ ਸਥਿਤੀ ਸੀ ਅੰਗਰੇਜ਼ਾਂ ਦੇ ਹੱਥ ਦੇ ਵਿੱਚ। ਇਹਨੂੰ ਕਹਿੰਦੇ ਸੀ ਦੋਹਰੀ ਸ਼ਾਸਨ ਪ੍ਰਣਾਲੀ। ਪਰ 1772 ਦੇ ਵਿੱਚ ਜਾ ਕੇ ਹੇਸਟਿੰਗਜ਼ ਇਹਨੂੰ ਖਤਮ ਕਰ ਦਿੰਦਾ ਹੁੰਦਾ, ਇਸ ਨੂੰ ਖਤਮ ਕਰ ਦਿੰਦਾ ਵਾਰਨ ਹੇਸਟਿੰਗਜ਼। ਸਿੱਧਾ ਕੰਪਨੀ ਦਾ ਰਾਜ ਬੰਗਾਲ 'ਤੇ ਹੋ ਜਾਂਦਾ ਹੈ। ਹੁਣ ਇੱਥੋਂ ਤੁਸੀਂ ਗੱਲ ਸਮਝ ਗਏ ਹੋਵੋਗੇ। ਕਈ ਵਾਰ ਪ੍ਰਸ਼ਨ ਆਈ ਜਾਂਦਾ ਵੀ ਸਿੱਧਾ ਕੰਪਨੀ ਦਾ ਰਾਜ ਕਦੋਂ ਸਥਾਪਿਤ ਹੋਇਆ ਭਾਰਤ ਦੇ ਵਿੱਚ ਜਾਂ ਬੰਗਾਲ ਦੇ ਵਿੱਚ? 1772 ਦੇ ਵਿੱਚ, ਜਦੋਂ ਦੋਹਰੀ ਸ਼ਾਸਨ ਪ੍ਰਣਾਲੀ ਖਤਮ ਕੀਤੀ ਵਾਰਨ ਹੇਸਟਿੰਗ ਨੇ। ਸੋ ਇੱਥੇ ਆਪਸ਼ਨ ਨੰਬਰ 1 ਸਹੀ ਸੀ ਪ੍ਰਸ਼ਨ ਦੇ ਅਨੁਸਾਰ। 10 ਨੰਬਰ ਪ੍ਰਸ਼ਨ ਕਰਦੇ ਹਾਂ, ਕਲਕੱਤੇ ਵਿੱਚ ਰਾਇਲ ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਦੀ ਸਥਾਪਨਾ ਕਿਸ ਨੇ ਕੀਤੀ? ਲਾਰਡ ਮੈਕਾਲੇ ਨੇ, ਰਾਬਰਟ ਕਲਾਈਵ ਨੇ, ਲਾਰਡ ਡਲਹੌਜੀ ਨੇ, ਸਰ ਵਿਲੀਅਮ ਜੋਨਸ ਨੇ। ਸੋ ਇਹ ਕੀਤੀ ਸੀ ਸਰ ਵਿਲੀਅਮ ਜੋਨਸ ਨੇ ਕੀਤੀ ਸੀ ਜੀ। ਕਲਕੱਤੇ ਦੇ ਵਿੱਚ ਹੋਈ ਸੀ ਰਾਇਲ ਏਸ਼ੀਆਟਿਕ ਸੁਸਾਇਟੀ, ਬਣਾਈ ਸੀ ਬੰਗਾਲ ਦੇ ਵਿੱਚ ਇੱਕ, ਉਹਦੀ ਸਥਾਪਨਾ ਕੀਤੀ ਸਰ ਵਿਲੀਅਮ ਜੋਨਸ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। 11 ਨੰਬਰ ਪ੍ਰਸ਼ਨ ਜੀ, ਪਹਿਲਾ ਐਂਗਲੋ ਮਰਾਠਾ ਯੁੱਧ ਕਦੋਂ ਹੋਇਆ? ਮਰਾਠਿਆਂ ਦੇ ਨਾਲ ਯੁੱਧ ਹੋਏ ਸੀਗੇ ਅੰਗਰੇਜ਼ਾਂ ਦੇ ਕਈ ਯੁੱਧ। ਟੀਪੂ ਸੁਲਤਾਨ, ਹੈਦਰ ਅਲੀ ਹੋਰੀ ਸੀਗੇ। ਤੁਸੀਂ ਨਾਟਕਾਂ ਦੇ ਵਿੱਚ ਦੇਖਦੇ ਹੋਵੋਗੇ ਪਹਿਲਾਂ ਛੋਟੇ ਹੁੰਦੇ, ਅੱਜ ਕੱਲ੍ਹ ਨਾਟਕ ਸ਼ਾਇਦ ਉਹ ਬੰਦ ਹੋ ਗਏ ਨੇ। ਸੋ ਉਹ ਬੜੇ ਮਤਲਬ ਮਸ਼ਹੂਰ ਰਹੇ ਨੇ। ਟੀਪੂ ਸੁਲਤਾਨ ਦਾ ਰੋਲ ਹੈ ਜਿਹੜਾ ਬੜਾ ਵਧੀਆ ਰਿਹਾ ਹੈਗਾ ਭਾਰਤ ਦੀ ਕ੍ਰਾਂਤੀ ਦੇ ਵਿੱਚ, ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਅੰਗਰੇਜ਼ਾਂ ਨਾਲ ਮੱਥਾ ਲਾ ਕੇ ਰੱਖਿਆ ਉਹਨੇ। ਟੀਪੂ ਸੁਲਤਾਨ ਦਾ ਡੈਡੀ ਸੀ ਹੈਦਰ ਅਲੀ। ਸੋ ਆਪਾਂ ਥੋੜ੍ਹੀ ਗੱਲ ਕਰੀਏ ਪ੍ਰਸ਼ਨ ਦੇ ਅਨੁਸਾਰ, ਪਹਿਲਾ ਮਰਾਠਾ ਯੁੱਧ ਕਦੋਂ ਸ਼ੁਰੂ ਹੋਇਆ? 4 ਯੁੱਧ ਹੋਏ ਸੀਗੇ ਟੋਟਲ। ਇਹ ਛੇਤੀ ਮਰਾਠਿਆਂ ਨੇ ਹਾਰ ਨਹੀਂ ਮੰਨੀ, ਅੰਗਰੇਜ਼ਾਂ ਨਾਲ ਲੋਹਾ ਲਿਆ ਪੂਰਾ। ਸੋ ਇਹਨਾਂ ਦਾ ਸੀਗਾ 1775 ਤੋਂ 1782 ਤੱਕ। ਆਪਸ਼ਨ ਨੰਬਰ 1 ਸਹੀ ਆ। ਹੈਦਰ ਅਲੀ ਤੇ ਅੰਗਰੇਜ਼ਾਂ ਦੇ ਵਿਚਕਾਰ ਹੋਇਆ ਸੀ ਇਹ। ਹੈਦਰ ਅਲੀ, ਉਦੋਂ ਟੀਪੂ ਸੁਲਤਾਨ ਹਜੇ ਯੁੱਧ ਲੜਨ ਵਾਲਾ ਹੋਇਆ ਨਹੀਂ ਸੀ, ਛੋਟਾ ਸੀ।
ਇੱਕ ਪਾਸੇ ਹੈਦਰ ਅਲੀ ਸੀਗਾ ਮਰਾਠਿਆਂ ਦਾ, ਇੱਕ ਪਾਸੇ ਅੰਗਰੇਜ਼ ਸੀਗੇ। ਸੋ 1775 ਤੋਂ 82 ਤੱਕ ਇਹ ਯੁੱਧ ਚੱਲਦਾ ਰਿਹਾ। ਸੋ 4 ਯੁੱਧ ਹੋਏ ਸੀ ਲਗਾਤਾਰ। ਸ਼ੁਰੂ ਆਪਾਂ ਕਰਦੇ ਰਹਾਂਗੇ, ਪ੍ਰਸ਼ਨ ਨੂੰ ਹੱਲ ਕਰਾਉਂਦੇ ਰਹਾਂਗੇ। 12 ਨੰਬਰ ਪ੍ਰਸ਼ਨ ਜੀ, ਅੰਗਰੇਜ਼ਾਂ ਤੇ ਟੀਪੂ ਸੁਲਤਾਨ ਵਿੱਚ ਮੰਗਲੌਰ ਦੀ ਸੰਧੀ ਕਦੋਂ ਹੋਈ? ਪ੍ਰਸ਼ਨ ਬਹੁਤ ਵਾਰ ਪੇਪਰ ਦੇ ਵਿੱਚ ਆਇਆ। ਮੰਗਲੌਰ ਦੀ ਸੰਬੰਧੀ ਕਿਸ ਦੇ ਨਾਲ ਸੰਬੰਧਿਤ ਹੈ, ਇਹ ਆ ਜਾਂਦਾ ਜਾਂ ਇਹੀ ਪੁੱਛਿਆ ਜਾਂਦਾ ਜਿਹੜਾ ਪ੍ਰਸ਼ਨ ਲਿਖਿਆ ਹੋਇਆ, ਜਾਂ ਮੰਗਲੌਰ ਦੀ ਸੰਧੀ ਕਿਹਦੇ ਵਿਚਕਾਰ ਹੋਈ? ਸੋ ਮਾਰਚ 1784, ਮਾਰਚ 1785, ਮਾਰਚ 1786, ਮਾਰਚ 1787 ਜਮਾਂ ਮਿਲਦੇ ਜੁਲਦੇ ਆਨਸਰ ਨੇਗੇ। ਇਹੋ ਜਿਹੇ ਆਨਸਰਾਂ 'ਚੋਂ ਆਨਸਰ ਲੱਭਣਾ ਔਖਾ ਹੋ ਜਾਂਦਾ। ਇਹੋ ਜਿਹੀਆਂ ਆਪਸ਼ਨਾਂ ਦੇ ਵਿੱਚੋਂ ਸੇ ਤੁਸੀਂ ਡੂੰਘਾਈ ਨਾਲ ਪੜ੍ਹੋਗੇ ਤਾਂ ਪਤਾ ਲੱਗੂਗਾ। ਹੁਣ ਇਹ ਦੂਜੇ ਯੁੱਧ ਦੇ ਵਿੱਚ ਟੀਪੂ ਸੁਲਤਾਨ ਆ ਗਿਆ ਸੀ। ਪਹਿਲਾ ਯੁੱਧ ਸੀ ਜਿਹੜਾ ਹੈਦਰ ਅਲੀ ਤੇ ਅੰਗਰੇਜ਼ਾਂ ਦੇ ਵਿਚਕਾਰ ਹੋਇਆ। ਦੂਜਾ ਯੁੱਧ ਜਦੋਂ ਸ਼ੁਰੂ ਹੋਇਆ 1780 ਤੋਂ 84 ਤੱਕ, ਇਸ ਯੁੱਧ ਦੇ ਵਿਚਕਾਰ ਹੈਦਰ ਅਲੀ ਦੀ ਮੌਤ ਹੋ ਜਾਂਦੀ ਹੈ 1781 ਦੇ ਵਿੱਚ। ਪਰ ਯੁੱਧ ਨਹੀਂ ਹਟਦਾ, ਜੰਗ ਲੱਗੀ ਰਹਿੰਦੀ ਹੈ ਅੰਗਰੇਜ਼ਾਂ ਦੇ ਨਾਲ। ਉਹਦਾ ਮੁੰਡਾ ਮਤਲਬ ਟੀਪੂ ਸੁਲਤਾਨ ਅਗਵਾਈ ਕਰਦਾ ਹੈ, ਯੁੱਧ ਨੂੰ ਜਾਰੀ ਰੱਖਦਾ। ਜਦੋਂ ਹੈਦਰ ਅਲੀ ਦੀ ਮੌਤ ਹੋ ਗਈ ਤਾਂ ਟੀਪੂ ਸੁਲਤਾਨ ਨੇ ਮਤਲਬ ਜਾਰੀ ਰੱਖਿਆ, ਤਾਂ ਅੰਗਰੇਜ਼ਾਂ ਨੂੰ ਵਕਤ ਪੈ ਗਿਆ ਵੀ ਇਹ ਤਾਂ ਮੰਦੇ ਹਾਰਨ ਵਾਲੇ ਹੈ ਨਹੀਂ। ਫਿਰ ਇਹਨਾਂ ਨੇ ਸੰਧੀ ਕੀਤੀ, ਉਹਨੂੰ ਮੰਗਲੌਰ ਦੀ ਸੰਧੀ ਬੋਲਦੇ ਆ। ਆਪਸ਼ਨ ਨੰਬਰ ਆਪਾਂ ਜਾਵਾਂਗੇ 1 ਦੇ ਨਾਲ। ਮਾਰਚ 1784 ਦੇ ਵਿੱਚ ਹੋਈ ਸੀ। ਆਪਸ਼ਨ ਨੰਬਰ 1 ਸਹੀ ਹੈ। ਮੰਗਲੌਰ ਦੀ ਸੰਧੀ ਹੋਈ, ਟੀਪੂ ਸੁਲਤਾਨ ਦਾ ਆਪਣਾ ਸੁਲਤਾਨ ਬਣ ਗਿਆ, ਉਹ ਆਪਣਾ ਰਾਜ ਉਹਨੇ ਚਲਾਉਣਾ ਸ਼ੁਰੂ ਕਰਤਾ। ਅੰਗਰੇਜ਼ਾਂ ਨੇ ਸਮਝੌਤਾ ਕਰ ਲਿਆ, ਛੇਤੀ ਟੀਪੂ ਸੁਲਤਾਨ ਨੇ ਹਾਰ ਨਹੀਂ ਮੰਨੀ। ਫਿਰ ਤੀਜਾ ਯੁੱਧ ਸ਼ੁਰੂ ਹੋਊਗਾ ਅੱਗੇ 1784 ਤੋਂ ਬਾਅਦ। ਅਗਲਾ ਪ੍ਰਸ਼ਨ ਜੀ 13 ਨੰਬਰ, ਹੈਦਰ ਅਲੀ ਦੀ ਮੌਤ ਕਦੋਂ ਹੋਈ? ਆਪਾਂ ਦੱਸ ਹੀ ਚੁੱਕੇ ਹਾਂ, ਦੂਜੇ ਐਗਲੋ ਮੈਸੂਰ ਯੁੱਧ ਦੇ ਵਿੱਚ ਹੋਈ। ਜ਼ਿਆਦਾ ਆਪਸ਼ਨਾਂ ਪੜ੍ਹਨ ਦੀ ਲੋੜ ਨਹੀਂ। ਦੇਖੋ ਐਗਲੋ ਮਰਾਠਾ ਯੁੱਧ ਹੈ, ਇਹਨਾਂ 'ਚ ਗੱਲ ਨਹੀਂ ਹੈਗੀ। ਆਪਸ਼ਨ ਨੰਬਰ 1 ਸਹੀ ਹੈ। ਦੂਜਾ ਐਗਲੋ ਮੈਸੂਰ ਯੁੱਧ ਸੀ। ਕਦੋਂ ਸੀ? 1780 ਤੋਂ ਸ਼ੁਰੂ ਹੋਇਆ, 84 ਤੱਕ ਚੱਲਦਾ ਰਿਹਾ। 81 ਦੇ ਵਿੱਚ ਇਹਦੀ ਮੌਤ ਹੋ ਗਈ ਸੀ। ਟੀਪੂ ਸੁਲਤਾਨ ਨੇ ਯੁੱਧ ਜਾਰੀ ਰੱਖਿਆ। ਸੋ ਇਹ ਪੈਟਾਲੋਵਾ ਸਥਾਨ ਸੀਗਾ, ਇੱਕ ਪੈਟਾਲੋਵਾ ਸਥਾਨ ਸੀ। ਉੱਥੇ ਯੁੱਧ ਦੇ ਵਿੱਚ ਹੈਦਰ ਅਲੀ ਮਤਲਬ ਜ਼ਖਮੀ ਹੋ ਗਿਆ, ਤਾਂ ਥੋੜ੍ਹੇ ਸਮੇਂ ਬਾਅਦ ਉਹਦੀ ਡੈਥ ਹੋ ਗਈ ਸੀ। ਫਿਰ ਟੀਪੂ ਸੁਲਤਾਨ ਨੇ ਸੰਭਾਲਿਆ ਸਾਰਾ ਰਾਜ ਭਾਗ। ਸੋ ਅਗਲਾ 14 ਨੰਬਰ ਜੀ, ਪਿਟਸ ਇੰਡੀਆ ਐਕਟ 1784 ਕਿਸ ਗਵਰਨਰ ਜਨਰਲ ਦੇ ਸਮੇਂ ਬਣਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਹੁਣ ਇੱਥੇ ਤੁਹਾਨੂੰ ਪਤਾ ਲੱਗ ਜੂ ਵੀ ਇਸ ਸਮੇਂ ਕਿਹੜਾ ਗਵਰਨਰ ਜਨਰਲ ਕੰਮ ਕਰਦਾ ਸੀ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਵੱਲੋਂ। ਜਿਹੜਾ ਬੰਦਾ ਕੰਮ ਕਰ ਰਿਹਾ ਸੀ ਉਹਦੇ ਸਮੇਂ ਹੀ ਫਿਰ ਇਸ ਤਰ੍ਹਾਂ ਦੇ ਐਕਟ ਪਾਸ ਹੋਏ। ਵਾਰਨ ਹੇਸਟਿੰਗਜ਼, ਰਾਬਰਟ ਕਲਾਈਵ, ਲਾਰਡ ਡਲਹੌਜੀ, ਲਾਰਡ ਵੈਲਜ਼ਲੀ। ਸੋ ਇੱਥੇ ਵਾਰਨ ਹੇਸਟਿੰਗ ਆਪਸ਼ਨ ਨੰਬਰ 1 ਸਹੀ ਹੈ। ਇਹਦੇ ਸਮੇਂ ਦੇ ਵਿੱਚ ਹੀ ਮਤਲਬ ਇਹਦਾ ਸਮਾਂ ਸੀ, ਲੰਬਾ ਸਮਾਂ ਸੀ, 1772 ਤੋਂ 85 ਤੱਕ ਇਹਦਾ ਸਮਾਂ ਰਿਹਾ। ਈਸਟ ਇੰਡੀਆ ਐਕਟ 1784 ਇਹਦੇ ਸਮੇਂ ਹੀ ਲਾਗੂ ਹੋਇਆ ਸੀ। ਅਗਲਾ ਪ੍ਰਸ਼ਨ 15 ਨੰਬਰ ਜੀ, ਮੈਸੂਰ ਦਾ ਟਾਈਗਰ ਕਿਸ ਨੂੰ ਕਿਹਾ ਜਾਂਦਾ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਟੀਪੂ ਸੁਲਤਾਨ ਨੂੰ, ਪੇਸ਼ਵਾ ਬਾਜੀਰਾਓ ਨੂੰ, ਸਾਦਤ ਖਾਨ ਨੂੰ, ਟੀਪੂ ਸੁਲਤਾਨ। 2 ਵਾਰੀ ਆਪਸ਼ਨਾਂ ਲਿਖੀਆਂ ਗਈਆਂ ਟੀਪੂ ਸੁਲਤਾਨ। ਇੱਥੇ ਹੈਦਰ ਅਲੀ ਲਿਖ ਲਓ, ਹੈਦਰ ਅਲੀ। 4 ਨੰਬਰ ਆਪਸ਼ਨ ਹੈਦਰ ਅਲੀ ਲਿਖ ਸਕਦੇ ਹੋ ਤੁਸੀਂ। ਸੋ ਆਪਸ਼ਨ ਨੰਬਰ 1 ਸਹੀ ਹੈ ਇੱਥੇ ਆਪਣੀ, ਟੀਪੂ ਸੁਲਤਾਨ। ਟੀਪੂ ਸੁਲਤਾਨ ਨੂੰ ਮੈਸੂਰ ਦਾ ਟਾਈਗਰ ਬੋਲਿਆ ਜਾਂਦਾ ਹੈ, ਟੀਪੂ ਸੁਲਤਾਨ ਨੂੰ। ਸੋ ਟੀਪੂ ਸੁਲਤਾਨ ਦੇ ਬਾਰੇ 'ਚ ਆਪਾਂ ਸਪੈਸ਼ਲ ਪੜ੍ਹਾਉਣ ਦੀ ਕੋਸ਼ਿਸ਼ ਕਰਾਂਗੇ। ਕਾਫੀ ਪ੍ਰਸ਼ਨ ਬਣ ਜਾਂਦੇ ਇਹਦੇ ਬਾਰੇ 'ਚ। ਇਹਦੀ ਕਹਾਣੀ ਬੜੀ ਇੰਟਰਸਟਿੰਗ ਜੀ ਹੈ। ਇਹ ਬੰਦਾ ਨਾ ਪਹਿਲਾ ਬੰਦਾ ਇਹੋ ਜਿਹਾ ਸੀ ਜਿਹਨੇ ਮਤਲਬ ਭਾਰਤ ਦੇ ਵਿੱਚ ਪੱਛਮ ਦੀ ਸੱਭਿਅਤਾ ਦੇ ਵਿੱਚੋਂ ਗੁਣ ਹਾਸਲ ਕੀਤੇ। ਪੱਛਮ ਤੋਂ ਮਦਦ ਮੰਗੀ ਜਿਹਨੇ, ਜਿਹੜਾ ਮਤਲਬ ਪੁਰਤਗਾਲਾਂ ਨੂੰ ਆਪਣੇ ਨਾਲ ਰਲਾ ਕੇ ਅੰਗਰੇਜ਼ਾਂ ਦੇ ਖਿਲਾਫ ਵਰਤਦਾ ਰਿਹਾ। ਬੜਾ ਮਤਲਬ ਇਹਦੀਆਂ ਚਾਲਾਂ ਬੜੀਆਂ ਘੈਂਟ ਸੀ ਬੰਦੇ ਦੀਆਂ। ਸੋ ਇਹ ਸੀ ਜੀ ਅੱਜ ਦਾ ਆਪਣਾ ਲੈਕਚਰ। ਆਪਾਂ ਇਹਦੇ ਵਿੱਚ ਥੋੜ੍ਹੇ ਪ੍ਰਸ਼ਨ ਕਰਵਾਏ ਆ, ਤੁਹਾਨੂੰ 9-10 ਹੀ ਕਰਵਾਏ ਨੇ, ਕੁਛ ਜ਼ਿਆਦਾ ਪਹਿਲਾਂ ਵਾਲੀ ਟਾਈਪ ਹੋ ਗਏ ਸੀਗੇ। ਸੋ ਇਸੇ ਤਰ੍ਹਾਂ ਲੈਕਚਰ ਲੈ ਕੇ ਆਉਂਦੇ ਰਹਾਂਗੇ। ਜੁੜੇ ਰਹੋ ਚੈਨਲ ਦੇ ਨਾਲ, ਸਬਸਕ੍ਰਾਈਬ ਕਰ ਲਿਓ ਦੋਸਤੋ ਮਿੱਤਰੋ ਚੈਨਲ ਨੂੰ। ਜ਼ਿਆਦਾ ਸਮਾਂ ਨਹੀਂ ਲੱਗਦਾ, ਬਸ ਇੱਕ ਬਟਨ ਦੱਬਣਾ, ਤੁਸੀਂ ਸਬਸਕ੍ਰਾਈਬ ਦਾ ਬਟਨ ਦੱਬਿਓ, ਬੈਲ ਆਈਕਨ ਦਬਾ ਲਿਓ। ਇਸ ਤਰ੍ਹਾਂ ਤਿਆਰੀ ਕਰਵਾਉਂਦੇ ਰਹਾਂਗੇ। ਬਹੁਤ ਧੰਨਵਾਦ।